ਗੁੱਡ ਮਾਰਨਿੰਗ ਬੇਟੇ। ਪਹਿਲੇ ਲੈਕਚਰ ਦੇ ਵਿੱਚ ਆਪਾਂ ਅਧਿਕਾਰਾਂ ਬਾਰੇ ਪੜ੍ਹਿਆ ਸੀ ਵੀ ਰਾਜ ਦੇ ਵੱਲੋਂ ਜੋ ਅਧਿਕਾਰ ਦਿੱਤੇ ਜਾਂਦੇ ਆ, ਨਾਗਰਿਕ ਜਿਹੜਾ ਉਹ ਉਹਨਾਂ ਅਧਿਕਾਰਾਂ ਦੀ ਕਿਸ ਤਰ੍ਹਾਂ ਵਰਤੋਂ ਕਰਦਾ ਹੈ ਤੇ ਬਦਲੇ ਦੇ ਵਿੱਚ ਕੁਝ ਨਾਗਰਿਕ ਦੇ ਕਰਤੱਵ ਵੀ ਹੁੰਦੇ ਆ ਜਿਨ੍ਹਾਂ ਨੂੰ ਉਹਨੇ ਸਹੀ ਰੂਪ ਦੇਣਾ ਹੁੰਦਾ ਹੈ। ਤੇ ਕਰਤੱਵ ਹੈ ਜਿਹੜੇ, ਇਸ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ? ਡਿਊਟੀ ਕਿਹਾ ਜਾਂਦਾ ਹੈ। ਤੇ ਇਹ ਮੂਲ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਡੈਟ ਹੈ। ਡੈਟ ਦਾ ਮਤਲਬ ਕਹਿੰਦਾ ਰਿਣੀ ਹੋਣਾ। ਜਿਸ ਤਰ੍ਹਾਂ ਰਿਣ ਜਾਂ ਕਰਜ਼ਾ ਦੇਣ ਲਈ ਕੋਈ ਵਿਅਕਤੀ ਪਾਬੰਦ ਹੁੰਦਾ ਹੈ, ਉਸੇ ਤਰ੍ਹਾਂ ਹੀ ਜਿਵੇਂ ਆਪਾਂ ਨੂੰ ਅਧਿਕਾਰ ਮਿਲੇ ਬਦਲੇ ਦੇ ਵਿੱਚ ਕੁਝ ਕਰਤੱਵ ਜਿਹੜੇ ਦਿੱਤੇ ਜਾਂਦੇ ਆ ਉਹਨਾਂ ਦੀ ਅਦਾਇਗੀ ਕਰਨ ਦੇ ਲਈ ਵੀ ਵਿਅਕਤੀ ਜਿਹੜਾ ਪਾਬੰਦ ਹੁੰਦਾ ਹੈ। ਇਸ ਦਾ ਸਧਾਰਨ ਬੋਲਚਾਲ ਵਿੱਚ ਅਰਥ ਕੀ ਹੋਇਆ ਵੀ ਜਦੋਂ ਕਿਸੇ ਕੰਮ ਦਾ ਕਰਨਾ ਜਾਂ ਨਾ ਕਰਨਾ ਵਿਅਕਤੀ ਦੀ ਇੱਛਾ ਤੇ ਨਿਰਭਰ ਨਹੀਂ ਕਰਦਾ, ਸਗੋਂ ਉਸ ਨੂੰ ਕਰਨਾ ਜਾਂ ਨਾ ਕਰਨਾ ਹੀ ਪੈਂਦਾ ਹੈ। ਉਸ ਨੂੰ ਵਿਅਕਤੀ ਦਾ ਕਰਤੱਵ ਆਖਾਂਗੇ ਤੇ ਸਮਾਜ ਅਤੇ ਰਾਜ ਵਿਅਕਤੀ ਕੋਲੋਂ ਕੁਝ ਕਰਨ ਅਤੇ ਕੁਝ ਨਾ ਕਰਨ ਦੀ ਮੰਗ ਕਰਦਾ ਹੈ। ਦੂਜੇ ਸ਼ਬਦਾਂ ਦੇ ਵਿੱਚ ਅਸੀਂ ਕੀ ਆਖ ਸਕਦੇ ਹਾਂ ਕਿ ਵਿਅਕਤੀ ਦੀਆਂ ਆਪਣੇ ਪ੍ਰਤੀ, ਸਮਾਜ ਦੇ ਪ੍ਰਤੀ, ਰਾਜ ਪ੍ਰਤੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਉਹਨੂੰ ਹਰ ਹਾਲਤ ਦੇ ਵਿੱਚ ਅਦਾ ਕਰਨੀਆਂ ਪੈਂਦੀਆਂ ਤੇ ਇਹਨਾਂ ਜ਼ਿੰਮੇਵਾਰੀਆਂ ਨੂੰ ਹੀ ਅਸੀਂ ਕਰਤੱਵ ਕਹਿ ਦਿੰਦੇ ਹਾਂ। ਸਧਾਰਨ ਸ਼ਬਦਾਂ ਦੇ ਵਿੱਚ ਜਿਹੜਾ ਕਰਤੱਵ ਸ਼ਬਦ ਹੈ ਇਹ ਵਿਅਕਤੀ ਦੀ ਆਪਣੇ ਆਪ, ਪਰਿਵਾਰ, ਸਮਾਜ ਤੇ ਰਾਜ ਪ੍ਰਤੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਸ ਦੀ ਪਾਲਣਾ ਕਰਨ ਨਾਲ ਦੂਜਿਆਂ ਦੇ ਹਿੱਤ ਸੁਰੱਖਿਅਤ ਰਹਿੰਦੇ ਹਨ। ਉਸ ਤੋਂ ਅੱਗੇ ਕਰਤੱਵਾਂ ਦਾ ਵਰਗੀਕਰਨ। ਕਰਤੱਵ ਹੈ ਜਿਹੜੇ, ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਕਿਹੜੇ ਕਿਹੜੇ ਨੇ ਉਹ? ਨੈਤਿਕ ਕਰਤੱਵ ਤੇ ਕਾਨੂੰਨੀ ਕਰਤੱਵ। ਪਹਿਲਾਂ ਆਪਾਂ ਪੜਾਂਗੇ ਨੈਤਿਕ ਕਰਤੱਵ ਹੈ ਜਿਹੜੇ ਕਿਹੜੇ ਹੁੰਦੇ ਆ। ਨੈਤਿਕ ਕਰਤੱਵ ਹੈ ਜਿਹੜੇ, ਇਹ ਸਮਾਜ ਦੇ ਵਿੱਚ ਵਿਅਕਤੀ ਨੂੰ ਕੁਝ ਅਜਿਹੇ ਕਰਤੱਵ ਜਿਹੜੇ ਅਦਾ ਕਰਨੇ ਪੈਂਦੇ ਜਿਨ੍ਹਾਂ ਦਾ ਆਧਾਰ ਕਹਿੰਦਾ ਨੈਤਿਕਤਾ ਤੇ ਸਦਾਚਾਰ। ਜੋ ਵੀ ਅਸੂਲ ਬਣਾਏ ਜਾਂਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਵਿੱਚ ਰਹਿ ਕੇ ਅਦਾ ਕਰਨੇ ਪੈਂਦੇ ਆ। ਇਹਨਾਂ ਕਰਤਵਾਂ ਜਿਹੜੇ ਕਰਤੱਵ ਜਪਣ ਦਿੱਤੇ ਹੁੰਦੇ ਇਹਨਾਂ ਦੇ ਪਿੱਛੇ ਕੋਈ ਵੀ ਰਾਜ ਸ਼ਕਤੀ ਹੈ ਜਿਹੜੀ ਉਹ ਨਹੀਂ ਹੁੰਦੀ ਗੀ ਤੇ ਇਹਨਾਂ ਦੀ ਅਦਾਇਗੀ ਨਾ ਕਰਨ ਤੇ ਰਾਜ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਦੇ ਸਕਦਾ ਤੇ ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਨੈਤਿਕ ਕਰਤੱਵ। ਨੈਤਿਕ ਕਰਤੱਵ ਜਿਹੜੇ, ਇਹਨਾਂ ਦੀਆਂ ਅੱਗੇ ਵੀ ਕਈ ਕਿਸਮਾਂ ਹੁੰਦੀਆਂ। ਪਹਿਲਾ ਜਿਵੇਂ ਆਪਾਂ ਕਰ ਲਿਆ ਨਾਗਰਿਕ ਦੇ ਆਪਣੇ ਪ੍ਰਤੀ ਨੈਤਿਕ ਕਰਤੱਵ। ਵੀ ਆਪਣੇ ਪ੍ਰਤੀ ਕਿਹੜੇ ਕਿਹੜੇ ਉਹਨਾਂ ਦੇ ਕਰਤੱਵ ਹੈ ਕਿਸੇ ਨਾਗਰਿਕ ਦੇ। ਪਹਿਲਾ ਹੈਗਾ ਚਰਿੱਤਰ ਨਿਰਮਾਣ। ਇੱਕ ਜਿਹੜਾ ਉੱਚੇ ਚਰਿੱਤਰ ਵਾਲਾ ਜਾਂ ਉੱਚੇ ਆਚਰਣ ਵਾਲਾ ਵਿਅਕਤੀ ਹੋਊਗਾ ਉਹੀ ਆਪਣੇ ਦੇਸ਼ ਦਾ ਤੇ ਆਪਣਾ ਸਹੀ ਤਰੀਕੇ ਦੇ ਨਾਲ ਵਿਕਾਸ ਕਰ ਸਕਦਾ ਹੈ ਤੇ ਇਸੇ ਲਈ ਆਪਣੇ ਆਪ ਵਿੱਚ ਉੱਚੇ ਚਰਿੱਤਰ ਦਾ ਨਿਰਮਾਣ ਕਰਨਾ ਹੀ ਹਰ ਨਾਗਰਿਕ ਦਾ ਨੈਤਿਕ ਕਰਤੱਵ ਹੈ। ਸੈਕਿੰਡ, ਆਤਮ ਸੰਜਮ। ਆਤਮ ਸੰਜਮ ਨੂੰ ਆਪਣੇ ਜੀਵਨ ਦਾ ਸਿਧਾਂਤ ਬਣਾਉਣਾ ਇੱਕ ਵਿਅਕਤੀ ਦਾ ਜਾਂ ਨਾਗਰਿਕ ਦਾ ਕਰਤੱਵ ਹੁੰਦਾ ਹੈ ਤੇ ਉਹਨੂੰ ਚਾਹੀਦਾ ਵੀ ਉਹ ਆਪਣੀਆਂ ਜੋ ਵੀ ਕਾਮਨਾਵਾਂ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖੇ। ਨੰਬਰ 3, ਚੰਗੀ ਸਿਹਤ। ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਇੱਕ ਨਾਗਰਿਕ ਦਾ ਪਹਿਲਾ ਕਰਤੱਵ ਹੈ ਕਿਉਂਕਿ ਇੱਕ ਵਧੀਆ ਦਿਮਾਗ ਦੇ ਵਿੱਚ ਇੱਕ ਵਧੀਆ ਸਰੀਰ ਹੋ ਸਕਦਾ ਹੈ। ਇਮਾਨਦਾਰੀ। ਇਮਾਨਦਾਰੀ ਦਾ ਸਿਧਾਂਤ ਹੈ ਜਿਹੜਾ ਇੱਕ ਚੰਗੇ ਨਾਗਰਿਕ ਨੂੰ ਅਪਣਾਉਣਾ ਚਾਹੀਦਾ। ਇਹ ਵੀ ਉਸਦਾ ਇੱਕ ਨੈਤਿਕ ਕਰਤੱਵ ਹੈ। ਸੱਚਾਈ। ਵਿਅਕਤੀ ਹੈ ਜਿਹੜਾ ਉਸਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਇਹੀ ਸਿਧਾਂਤ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ। ਵਿੱਦਿਆ ਪ੍ਰਾਪਤ ਕਰਨਾ। ਵਿੱਦਿਆ ਨਾਲ ਵਿਅਕਤੀ ਦੇ ਜੀਵਨ ਵਿੱਚ ਸੁੰਦਰਤਾ ਆਉਂਦੀ ਹੈ ਤੇ ਉਹਦਾ ਬੌਧਿਕ ਵਿਕਾਸ ਵੀ ਹੁੰਦਾ ਹੈ। ਇਸ ਕਰਕੇ ਹਰ ਇੱਕ ਨਾਗਰਿਕ ਨੂੰ ਕੀ ਚਾਹੀਦਾ ਵੀ ਉਹ ਆਪਣੀ ਲਗਨ ਨਾਲ ਵਿੱਦਿਆ ਪ੍ਰਾਪਤ ਕਰੇ। ਆਪਣੀ ਉਪਜੀਵਕਾ ਕਮਾਉਣਾ। ਵਿਹਲਾ ਵਿਅਕਤੀ ਜਿਹੜਾ ਸਮਾਜ ਤੇ ਰਾਜ ਦੇ ਉੱਤੇ ਭਾਰ ਬਣ ਕੇ ਰਹਿੰਦਾ ਹੈ। ਇਸ ਕਰਕੇ ਹਰ ਇੱਕ ਨਾਗਰਿਕ ਨੂੰ ਚਾਹੀਦਾ ਵੀ ਉਹ ਆਪਣੀ ਉਪਜੀਵਿਕਾ ਆਪ ਕਮਾਉਣ ਦੇ ਉਪਰਾਲੇ ਕਰੇ। ਸਾਦਾ ਜੀਵਨ ਤੇ ਉੱਚੇ ਵਿਚਾਰ। ਹਰ ਵਿਅਕਤੀ ਨੂੰ ਸਾਦਾ ਜੀਵਨ ਤੇ ਉੱਚੇ ਵਿਚਾਰਾਂ ਦੇ ਸਿਧਾਂਤ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਇਸੇ ਲਈ ਵਿਅਕਤੀ ਵਿੱਚ ਉੱਚੇ ਗੁਣਾਂ ਦਾ ਪ੍ਰਸਾਰ ਹੁੰਦਾ ਹੈ। ਨਿਯਮਤ ਦੈਨਿਕ ਜੀਵਨ। ਹਰ ਨਾਗਰਿਕ ਦਾ ਆਪਣੇ ਪ੍ਰਤੀ ਇੱਕ ਕਰਤੱਵ ਵੀ ਹੁੰਦਾ ਹੈ ਵੀ ਦੈਨਿਕ ਜੀਵਨ ਨੂੰ ਨਿਯਮਤ ਕਰੇ ਤੇ ਹਰ ਕੰਮ ਨੂੰ ਉਹ ਸਮੇਂ ਸਿਰ ਕਰਨ ਦੀ ਕੋਸ਼ਿਸ਼ ਕਰੇ। ਪ੍ਰਗਤੀਸ਼ੀਲ ਵਿਚਾਰ। ਹਰ ਨਾਗਰਿਕ ਦਾ ਮੁੱਖ ਕਰਤੱਵ ਕੀ ਹੁੰਦਾ ਕਿ ਉਹ ਪ੍ਰਗਤੀਸ਼ੀਲ ਵਿਚਾਰ ਅਪਣਾਏ ਤੇ ਇਹਦੇ ਨਾਲ ਉਸਦਾ ਤੇ ਉਸਦੇ ਸਮਾਜ ਦਾ ਵਿਕਾਸ ਹੋ ਸਕਦਾ ਹੈ। ਕਿਰਤ ਕਰਨਾ। ਨਾਗਰਿਕ ਨੂੰ ਚਾਹੀਦਾ ਹੈ ਵੀ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਉਪਜੀਵਿਕਾ ਕਮਾਉਣ ਦੇ ਲਈ ਕੰਮ ਕਰੇ ਤੇ ਦੂਜਿਆਂ ਦੇ ਉੱਤੇ ਕਦੇ ਵੀ ਭਾਰ ਬਣ ਕੇ ਨਾ ਰਹੇ। ਸੈਕਿੰਡ ਤਾਂ ਸੀਗੇ ਆਪਣੇ ਪ੍ਰਤੀ ਜਿਹੜੇ ਉਹਨਾਂ ਦੇ ਕਿਸੇ ਨਾਗਰਿਕ ਦੇ ਨੈਤਿਕ ਕਰਤੱਵ ਸੀਗੇ। ਉਸ ਅੱਗੇ ਪਰਿਵਾਰ ਪ੍ਰਤੀ ਨੈਤਿਕ ਕਰਤੱਵ। ਨਾਗਰਿਕ ਦੇ ਪਰਿਵਾਰ ਦੇ ਪ੍ਰਤੀ ਕਿਹੜੇ ਕਿਹੜੇ ਨੈਤਿਕ ਕਰਤੱਵ ਹੁੰਦੇ ਆ। ਫਸਟ, ਆਗਿਆ ਪਾਲਣ। ਵੀ ਉਹਨੂੰ ਇਹੀ ਚਾਹੀਦਾ ਵੀ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਆ ਉਹਨਾਂ ਦੀ ਆਗਿਆ ਦਾ ਪਾਲਣ ਕਰੇ। ਘਰ ਵਿੱਚ ਆਦਰਸ਼ ਵਾਤਾਵਰਨ ਤੇ ਉਹ ਘਰ ਦੇ ਵਾਤਾਵਰਨ ਨੂੰ ਵਧੀਆ ਬਣਾਉਣ ਦੇ ਲਈ ਆਪਣਾ ਹਿੱਸਾ ਪਾਵੇ ਤੇ ਤਾਂ ਜੋ ਹਰ ਮੈਂਬਰ ਨੂੰ ਸਹੀ ਮਾਹੌਲ ਹੈ ਜਿਹੜਾ ਘਰ ਦੇ ਵਿੱਚ ਮਿਲ ਸਕੇ।
ਸੰਤਾਨ ਉਤਪਤੀ, ਮਨੁੱਖ ਜਾਤੀ ਦੇ ਵਾਧੇ ਲਈ ਸੰਤਾਨ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਪਰਿਵਾਰ ਵਿੱਚ ਰਹਿੰਦੇ ਹੋਏ ਸੰਤਾਨ ਪੈਦਾ ਕਰਨਾ ਮਾਤਾ ਪਿਤਾ ਦਾ ਇੱਕ ਨੈਤਿਕ ਕਰਤੱਵ ਹੈ। ਨੰਬਰ 4, ਦੂਸਰਿਆਂ ਦੀ ਸਿਹਤ ਦਾ ਖਿਆਲ ਰੱਖਣਾ। ਪਰਿਵਾਰ ਵਿੱਚ ਰਹਿੰਦੇ ਹੋਏ ਬਾਕੀ ਜਿਹੜੇ ਮੈਂਬਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਵਿਅਕਤੀ ਦਾ ਇੱਕ ਨੈਤਿਕ ਕਰਤੱਵ ਹੈ। ਲੋੜਾਂ ਦੀ ਪੂਰਤੀ, ਪਰਿਵਾਰ ਦੇ ਹਰ ਮੈਂਬਰ ਦਾ ਇੱਕ ਕਰਤੱਵ ਹੁੰਦਾ ਹੈ ਕਿ ਉਹ ਪਰਿਵਾਰ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਵੱਲ ਧਿਆਨ ਦੇਵੇ। ਪਰਿਵਾਰ ਨਿਯੋਜਨ, ਜਨਸੰਖਿਆ ਨੂੰ ਸੀਮਿਤ ਰੱਖਣ ਵਾਸਤੇ ਨਾਗਰਿਕ ਦਾ ਇਹ ਵੀ ਕਰਤੱਵ ਹੈ ਕਿ ਪਰਿਵਾਰ ਨਿਯੋਜਨ ਵੱਲ ਵੀ ਉਹ ਵਧੇਰੇ ਧਿਆਨ ਦੇਵੇ। ਬੱਚਤ, ਪਰਿਵਾਰ ਦੀਆਂ ਭਵਿੱਖ ਵਿੱਚ ਲੋੜਾਂ ਦੀ ਪੂਰਤੀ ਦੇ ਵਾਸਤੇ ਬੱਚਤ ਵੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨਾ ਵੀ ਮਾਤਾ ਪਿਤਾ ਦਾ ਇੱਕ ਇਹ ਮੁੱਖ ਕਰਤੱਵ ਬਣ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਦੇ ਲਈ ਉਚਿਤ ਸਹੂਲਤਾਂ ਪ੍ਰਦਾਨ ਕਰਨ। ਬੁੱਢੇ ਮਾਤਾ ਪਿਤਾ ਦੀ ਦੇਖਭਾਲ, ਮਾਤਾ ਪਿਤਾ ਦੀ ਬੁਢਾਪੇ ਦੇ ਵਿੱਚ ਸੇਵਾ ਕਰਨਾ ਤੇ ਉਹਨਾਂ ਦੀ ਹਰ ਪ੍ਰਕਾਰ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਇੱਕ ਚੰਗੇ ਨਾਗਰਿਕ ਦਾ ਕਰਤੱਵ ਹੁੰਦਾ ਹੈ ਤੇ ਚੀਨ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਕਰਨਾ ਨਾਗਰਿਕ ਦਾ ਕਾਨੂੰਨੀ ਕਰਤੱਵ ਹੈ। ਪਰਿਵਾਰ ਦੇ ਨਾਮ ਨੂੰ ਰੋਸ਼ਨ ਕਰਨਾ, ਇੱਕ ਚੰਗਾ ਵਿਅਕਤੀ ਹੈ ਜਿਹੜਾ ਉਹਦਾ ਇਹ ਕਰਤੱਵ ਬਣਦਾ ਹੈ ਕਿ ਪਰਿਵਾਰ ਦੇ ਨਾਮ ਨੂੰ ਰੋਸ਼ਨ ਕਰਨ ਦੇ ਲਈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗੇ ਕਰਮ ਕਰੇ। ਪਹਿਲਾਂ ਆਪਾਂ ਪੜ੍ਹਿਆ ਸੀ ਆਪਣੇ ਆਪ ਪ੍ਰਤੀ ਨੈਤਿਕ ਕਰਤੱਵ, ਫਿਰ ਪਰਿਵਾਰ ਦੇ ਪ੍ਰਤੀ, ਹੁਣ ਬੇਟੇ ਆਪਣੇ ਸਮਾਜ ਪ੍ਰਤੀ ਨੈਤਿਕ ਕਰਤੱਵ। ਸਮਾਜ ਦੇ ਵਿੱਚੋਂ ਵਿਅਕਤੀ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ, ਇਸ ਕਰਕੇ ਸਮਾਜ ਦੇ ਪ੍ਰਤੀ ਵੀ ਇੱਕ ਨਾਗਰਿਕ ਦੇ ਕੁਝ ਕਰਤੱਵ ਹੁੰਦੇ ਆ। ਜਿਵੇਂ ਪਹਿਲਾ ਹੈਗਾ ਸਮਾਜ ਸੇਵਾ ਦੀ ਭਾਵਨਾ, ਵੀ ਹਰ ਵਿਅਕਤੀ ਦੇ ਵਿੱਚ ਸਮਾਜ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ ਤੇ ਉਹਨੂੰ ਇਸ ਤਰ੍ਹਾਂ ਦੇ ਕੋਈ ਕਾਰਜ ਕਰਨੇ ਚਾਹੀਦੇ ਆ ਜਿਹਦੇ ਨਾਲ ਉਹ ਦੂਸਰਿਆਂ ਦੀ ਭਲਾਈ ਕਰ ਸਕੇ। ਨੰਬਰ 2, ਆਲਾ ਦੁਆਲਾ ਸਾਫ਼ ਰੱਖਣਾ। ਆਲਾ ਦੁਆਲਾ ਸਾਫ਼ ਰੱਖਣਾ ਵੀ ਵਿਅਕਤੀ ਦਾ ਇੱਕ ਨੈਤਿਕ ਕਰਤੱਵ ਹੈ। ਨੰਬਰ 3, ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ, ਵੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਜਿਹੜੀਆਂ ਉਹ ਆ ਚੁੱਕੀਆਂ ਤਾਂ ਵਿਅਕਤੀ ਦਾ ਕੀ ਕਰਤੱਵ ਬਣਦਾ ਹੈ ਕਿ ਉਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਵਿੱਚ ਆਪਣਾ ਹਿੱਸਾ ਪਾਵੇ। ਨੰਬਰ 4, ਸਹਿਯੋਗ, ਸਮਾਜਿਕ ਕਾਰਜਾਂ ਲਈ ਦੂਜਿਆਂ ਨੂੰ ਸਹਿਯੋਗ ਦੇਣਾ ਵੀ ਵਿਅਕਤੀ ਦਾ ਨੈਤਿਕ ਕਰਤੱਵ ਹੈ। ਨੰਬਰ 5, ਪਿਆਰ ਦੀ ਭਾਵਨਾ ਦਾ ਪ੍ਰਸਾਰ, ਸਮਾਜ ਦੇ ਵਿੱਚ ਹਰ ਵਿਅਕਤੀ ਨੂੰ ਚਾਹੀਦਾ ਵੀ ਉਹ ਪਿਆਰ ਦੀ ਖੁਸ਼ਬੂ ਖਿਲਾਰੇ ਤਾਂ ਜੋ ਸਮੁੱਚਾ ਸਮਾਜਿਕ ਵਾਤਾਵਰਨ ਹੈ ਜਿਹੜਾ ਉਹ ਪਿਆਰ ਦੀ ਸੁਗੰਧ ਦੇ ਨਾਲ ਮਹਿਕ ਉੱਠੇ। ਨੰਬਰ 6, ਮੁਜਰਮਾਂ ਨੂੰ ਪਕੜਨ ਵਿੱਚ ਸਹਿਯੋਗ, ਵੀ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਜਿਹੜੇ ਰਹਿੰਦੇ ਆ, ਅਪਰਾਧ ਵੀ ਕਰਦੇ ਆ, ਚੋਰੀ ਡਕੈਤੀ ਵੀ ਕਰਦੇ ਆ, ਜਿਹਦੇ ਨਾਲ ਆਪਣਾ ਜਿਹੜਾ ਸਮਾਜਿਕ ਵਾਤਾਵਰਨ ਆ ਉਹ ਸਾਰਾ ਗੰਦਲਾ ਹੋ ਜਾਂਦਾ ਹੈ ਤੇ ਇਸੇ ਕਰਕੇ ਵਿਅਕਤੀ ਦਾ ਮੁੱਖ ਕਰਤੱਵ ਇਹ ਬਣਦਾ ਹੈ ਕਿ ਉਹ ਅਜਿਹੇ ਵਿਅਕਤੀਆਂ ਨੂੰ ਪਕੜਨ ਦੇ ਵਿੱਚ ਸਰਕਾਰ ਨੂੰ ਪੂਰਾ ਸਹਿਯੋਗ ਦੇਵੇ। ਪਿੰਡ ਅਤੇ ਸ਼ਹਿਰ ਦਾ ਵਿਕਾਸ, ਪਿੰਡ ਅਤੇ ਸ਼ਹਿਰ ਜਿਨ੍ਹਾਂ ਵਿੱਚ ਵਿਅਕਤੀ ਰਹਿੰਦਾ ਹੈ ਉਹ ਸਮਾਜਿਕ ਇਕਾਈਆਂ, ਇਸ ਕਰਕੇ ਉਸ ਨਾਗਰਿਕ ਨੂੰ ਚਾਹੀਦਾ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਵੀ ਯੋਗ ਹਿੱਸਾ ਪਾਉਂਦਾ ਰਹੇ। ਨੰਬਰ 8, ਆਪਣਾ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਤੇ ਉਹ ਆਪਣੇ ਆਲੇ ਦੁਆਲੇ ਗੁਆਂਢੀਆਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਵੇ, ਇਹ ਵੀ ਇੱਕ ਵਿਅਕਤੀ ਦਾ ਨੈਤਿਕ ਕਰਤੱਵ ਹੈ। ਨੰਬਰ 9, ਦਇਆ ਭਾਵਨਾ ਰੱਖਣਾ, ਦੂਸਰਿਆਂ ਦੇ ਪ੍ਰਤੀ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ ਤੇ ਲੋੜ ਵੇਲੇ ਉਹਨਾਂ ਦੀ ਸਹਾਇਤਾ ਵੀ ਕਰਨੀ ਹੈ। ਵੰਡ ਛਕਣਾ, ਚੰਗੇ ਨਾਗਰਿਕ ਦਾ ਮੁੱਖ ਕਰਤੱਵ ਕੀ ਹੈ ਵੀ ਜੇਕਰ ਉਹਦੇ ਕੋਲ ਵਾਧੂ ਧਨ ਹੈ ਤਾਂ ਉਹ ਦੂਜਿਆਂ ਦੇ ਵਿੱਚ ਵੰਡ ਕੇ ਪ੍ਰਯੋਗ ਕਰੇ ਤੇ ਇਹਦੇ ਨਾਲ ਦੂਜਿਆਂ ਦਾ ਭਲਾ ਵੀ ਹੋ ਸਕਦਾ ਹੈ ਤੇ ਨਾਲ ਨਾਲ ਉਸ ਨੂੰ ਵੀ ਖੁਸ਼ੀ ਮਿਲ ਸਕਦੀ ਹੈ। ਉਸ ਤੋਂ ਅੱਗੇ ਨੰਬਰ 4 ਆਪਣਾ ਹੈਗਾ ਇਨਸਾਨੀਅਤ ਪ੍ਰਤੀ ਨੈਤਿਕ ਕਰਤੱਵ। ਅੱਜ ਦਾ ਜਿਹੜਾ ਨਾਗਰਿਕ ਹੈ ਉਹ ਕੇਵਲ ਰਾਜ ਦਾ ਨਾਗਰਿਕ ਨਹੀਂ ਹੈ ਸਗੋਂ ਸਮੁੱਚੇ ਸੰਸਾਰ ਭਾਈਚਾਰੇ ਦਾ ਇੱਕ ਮੈਂਬਰ ਹੈ। ਇਸ ਕਰਕੇ ਸਮੁੱਚੀ ਮਨੁੱਖੀ ਜਾਤੀ ਦੇ ਪ੍ਰਤੀ ਵੀ ਇੱਕ ਨਾਗਰਿਕ ਦੇ ਕੁਝ ਕਰਤੱਵ ਹੁੰਦੇ ਆ। ਜਿਵੇਂ ਪਹਿਲਾ ਪੁਆਇੰਟ ਆਪਣਾ ਹੈਗਾ ਭੇਦਭਾਵ ਨਾ ਕਰਨਾ। ਹਰ ਇੱਕ ਨਾਗਰਿਕ ਦਾ ਮੁੱਖ ਕਰਤੱਵ ਕੀ ਹੈ ਕਿ ਉਹ ਦੂਸਰੇ ਰਾਜਾਂ ਵਿੱਚ ਰਹਿ ਰਹੇ ਮਨੁੱਖਾਂ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਾ ਕਰੇ ਤੇ ਸਾਰੀ ਮਨੁੱਖਤਾ ਨੂੰ ਇੱਕ ਹੀ ਸਮਝਿਆ ਜਾਵੇ। ਨੰਬਰ 2, ਵਿਸ਼ਵ ਸ਼ਾਂਤੀ ਸਥਾਪਿਤ ਕਰਨ ਵਿੱਚ ਸਹਿਯੋਗ। ਸੰਸਾਰ ਦੇ ਵਿੱਚ ਸ਼ਾਂਤੀ ਦੀ ਹਮੇਸ਼ਾ ਲੋੜ ਪੈਂਦੀ ਹੈ, ਇਸੇ ਕਰਕੇ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਵਿਸ਼ਵ ਸ਼ਾਂਤੀ ਦੀ ਭਾਵਨਾ ਨੂੰ ਬੜਾਵਾ ਦੇਵੇ। ਨੰਬਰ 3, ਕੱਟੜ ਰਾਸ਼ਟਰਵਾਦ ਤੋਂ ਉੱਪਰ ਉੱਠਣਾ। ਰਾਸ਼ਟਰਵਾਦੀ ਹੋਣਾ ਵੀ ਇੱਕ ਨੈਤਿਕ ਕਰਤੱਵ ਹੈ ਤੇ ਪਰੰਤੂ ਜਿਹੜਾ ਕੱਟੜ ਰਾਸ਼ਟਰਵਾਦ ਹੁੰਦਾ ਇਸ ਨੂੰ ਇੱਕ ਬੁਰਾਈ ਸਮਝਿਆ ਜਾਂਦਾ ਹੈ। ਨੰਬਰ 4, ਗਰੀਬਾਂ ਦੀ ਸਹਾਇਤਾ। ਸੰਸਾਰ ਦੇ ਵਿੱਚ ਗਰੀਬ ਜਨਤਾ ਜਿਹੜੀ ਬਹੁਤ ਜ਼ਿਆਦਾ ਹੈ ਤੇ ਇਸੇ ਕਰਕੇ ਨਾਗਰਿਕ ਦਾ ਨੈਤਿਕ ਕਰਤੱਵ ਕੀ ਬਣਦਾ ਹੈ ਕਿ ਉਹ ਗਰੀਬਾਂ ਦੀ ਸਹਾਇਤਾ ਕਰਨ ਦੇ ਵਿੱਚ ਆਪਣਾ ਪੂਰਨ ਸਹਿਯੋਗ ਦੇਵੇ। ਨੰਬਰ 5, ਸੰਸਾਰ ਨਾਗਰਿਕਤਾ ਦੀ ਭਾਵਨਾ। ਹਰ ਨਾਗਰਿਕ ਨੂੰ ਕਈ ਗਲਤ ਭਾਵਨਾਵਾਂ ਜਿਹੜੀਆਂ ਉਹਨਾਂ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਆਪਣੇ ਵਿਸ਼ਵ ਦਾ ਨਾਗਰਿਕ ਸਮਝਣਾ
ਚਾਹੀਦਾ ਹੈ। ਇਸੇ ਤਰ੍ਹਾਂ ਇਹਦਾ ਕਨਕਲੂਜਨ ਕੀ ਨਿਕਲਦਾ ਵੀ ਜਿਹੜੇ ਆਪਾਂ ਪਿੱਛੇ ਵਿਚਾਰ ਪੜ੍ਹੇ ਆ ਆਪਣੇ ਆਪ ਪ੍ਰਤੀ ਨੈਤਿਕ ਕਰਤੱਵ ਕੀ ਆ, ਪਰਿਵਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ ਜਾਂ ਇਨਸਾਨੀਅਤ ਦੇ ਪ੍ਰਤੀ, ਉਹਨਾਂ ਦੇ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੁੰਦੀਗੀ ਤੇ ਇਹ ਸਮਾਜਿਕ ਜੀਵਨ ਨੂੰ ਵਧੀਆ ਅਤੇ ਸੁਖਦਾਈ ਬਣਾਏ ਜਾਣ ਦੇ ਲਈ ਇਹਨਾਂ ਦੀ ਸਾਨੂੰ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਮਾਜ ਸੇਵਾ ਕਰੋ, ਦੀਨ ਦੁਖੀਆਂ ਦੀ ਮਦਦ ਕਰੋ। ਇਹ ਕਰਤੱਵ ਇਹੀ ਹੈ ਜਿਹਦੇ ਨਾਲ ਸੰਸਾਰ ਹੈ ਜਿਹੜਾ ਸਾਡਾ ਸਵਰਗ ਬਣ ਸਕਦਾ। ਉਸ ਤੋਂ ਅੱਗੇ ਸੈਕਿੰਡ ਹੈ ਕਾਨੂੰਨੀ ਕਰਤੱਵ। ਕਾਨੂੰਨੀ ਕਰਤੱਵ ਜਿਹੜੇ ਇਹ ਹੁੰਦੇ ਜਿਹੜੇ ਵਿਅਕਤੀ ਨੂੰ ਹਰ ਹਾਲਤ ਦੇ ਵਿੱਚ ਅਦਾ ਕਰਨੇ ਪੈਂਦੇ ਆ ਕਿਉਂਕਿ ਇਹਨਾਂ ਦੇ ਪਿੱਛੇ ਰਾਜ ਦੀ ਸ਼ਕਤੀ ਹੁੰਦੀ ਹੈ ਤੇ ਜੇ ਕੋਈ ਇਹਨਾਂ ਕਰਤੱਵਾਂ ਦੀ ਉਲੰਘਣਾ ਕਰਦਾ ਹੈ ਤਾਂ ਵਿਅਕਤੀ ਨੂੰ ਸਜ਼ਾ ਵੀ ਮਿਲਦੀ ਹੈ। ਤੇ ਕਾਨੂੰਨੀ ਕਰਤੱਵ ਕਿਹੜੇ ਹੈ? ਪਹਿਲਾ ਪੁਆਇੰਟ ਆਪਣੇ ਕੋਲ ਹੈਗਾ ਰਾਜ ਪ੍ਰਤੀ ਵਫਾਦਾਰੀ। ਹਰ ਨਾਗਰਿਕ ਦਾ ਮੁੱਢਲਾ ਕਰਤੱਵ ਕੀ ਹੈ ਕਿ ਉਹ ਆਪਣੇ ਰਾਜ ਦੇ ਪ੍ਰਤੀ ਵਫਾਦਾਰੀ ਅਦਾ ਕਰੇ। ਜਦੋਂ ਸੰਕਟ ਪੈਂਦਾ ਹੈ ਦੇਸ਼ ਦੇ ਉੱਪਰ ਤਾਂ ਉਹਦੇ ਵਿੱਚ ਉਹ ਆਪਣੀਆਂ ਸੇਵਾਵਾਂ ਪ੍ਰਦਾਨ ਕਰੇ, ਕਿਸੇ ਨਾਲ ਕਦੇ ਵੀ ਆਪਣੇ ਦੇਸ਼ ਦੇ ਨਾਲ ਵਿਸ਼ਵਾਸਘਾਤ ਨਾ ਕਰੇ ਤੇ ਆਪਣੇ ਦੇਸ਼ ਦੇ ਗੌਰਵ ਨੂੰ ਉੱਚਾ ਚੁੱਕਣ ਦੇ ਲਈ ਯਤਨ ਕਰੇ। ਤੇ ਜਿਹੜੇ ਵਿਅਕਤੀ ਰਾਜ ਦੇ ਪ੍ਰਤੀ ਆਪਣੀ ਵਫਾਦਾਰੀ ਨਹੀਂ ਰੱਖਦੇ ਜਾਂ ਵਿਸ਼ਵਾਸਘਾਤ ਕਰਦੇ ਤਾਂ ਰਾਜ ਹੈ ਜਿਹੜਾ ਉਹਨਾਂ ਨੂੰ ਸਜ਼ਾਵਾਂ ਵੀ ਦਿੰਦਾ ਤੇ ਕਈ ਵਾਰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ। ਸੈਕਿੰਡ ਹੈ ਕਾਨੂੰਨਾਂ ਦੀ ਪਾਲਣਾ ਕਰਨਾ। ਵੀ ਰਾਜ ਦੁਆਰਾ ਜੋ ਵੀ ਕਾਨੂੰਨ ਬਣਾਏ ਗਏ ਹੈ ਨਾਗਰਿਕ ਨੂੰ ਉਹ ਕਾਨੂੰਨਾਂ ਦੀ ਪਾਲਣਾ ਉਸੇ ਤਰ੍ਹਾਂ ਹੀ ਕਰਨੀ ਚਾਹੀਦੀ ਹੈ। ਜੇ ਉਹ ਨਾਗਰਿਕ ਹੈ ਜਿਹੜੇ ਉਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਰਾਜ ਦੇ ਵਿੱਚ ਅਰਾਜਕਤਾ, ਅਸ਼ਾਂਤੀ ਦਾ ਮਾਹੌਲ ਹੈ ਜਿਹੜਾ ਉਹ ਪੈਦਾ ਹੋ ਸਕਦਾ ਹੈ ਤੇ ਰਾਜ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾਵਾਂ ਵੀ ਦਿੰਦਾ ਹੈ। ਕਾਨੂੰਨ ਹੈ ਜਿਹੜੇ ਇਹ ਵਿਅਕਤੀਆਂ ਦੀ ਭਲਾਈ ਲਈ ਹੀ ਬਣਾਏ ਜਾਂਦੇ ਆ। ਨੰਬਰ 3 ਸੰਵਿਧਾਨ ਦਾ ਸਨਮਾਨ। ਸੰਵਿਧਾਨ ਦੇਸ਼ ਦਾ ਸਰਵਉੱਚ ਕਾਨੂੰਨ ਹੁੰਦਾ ਹੈ ਤੇ ਹਰ ਵਿਅਕਤੀ ਦਾ ਇਹੀ ਕਰਤੱਵ ਹੁੰਦਾ ਹੈ ਕਿ ਉਹ ਸੰਵਿਧਾਨ ਦਾ ਸਤਿਕਾਰ ਕਰੇ ਤੇ ਸੰਵਿਧਾਨ ਵਿੱਚ ਤਬਦੀਲੀ ਹੈ ਜਿਹੜੀ ਉਹ ਸੰਵਿਧਾਨਿਕ ਤਰੀਕਿਆਂ ਦੇ ਨਾਲ ਹੀ ਕੀਤੀ ਜਾ ਸਕਦੀ ਹੈ। ਨੰਬਰ 4 ਰਾਸ਼ਟਰੀ ਝੰਡੇ ਦਾ ਸਤਿਕਾਰ। ਹਰ ਦੇਸ਼ ਦਾ ਰਾਸ਼ਟਰੀ ਝੰਡਾ ਹੁੰਦਾ ਤੇ ਹਰ ਨਾਗਰਿਕ ਦਾ ਇਹੀ ਕਰਤੱਵ ਹੁੰਦਾ ਕਿ ਉਹ ਉਸ ਦਾ ਸਤਿਕਾਰ ਕਰੇ ਤੇ ਭਾਰਤ ਵਿੱਚ ਰਾਸ਼ਟਰੀ ਝੰਡੇ ਦਾ ਅਪਮਾਨ ਕਾਨੂੰਨੀ ਅਪਰਾਧ ਹੈ ਤੇ ਜੇ ਕੋਈ ਇਸ ਤਰ੍ਹਾਂ ਦਾ ਵੀ ਕਰਦਾ ਹੈ ਤਾਂ ਉਹਨੂੰ 1 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਨੰਬਰ 5 ਟੈਕਸਾਂ ਦੀ ਅਦਾਇਗੀ। ਰਾਜ ਨੂੰ ਕਲਿਆਣਕਾਰੀ ਕਾਰਜ ਕਰਨ ਲਈ ਧਨ ਦੀ ਜ਼ਰੂਰਤ ਪੈਂਦੀ ਹੈ ਤੇ ਧਨ ਹੈ ਜਿਹੜਾ ਉਹ ਰਾਜ ਟੈਕਸਾਂ ਦੇ ਰੂਪ ਵਿੱਚ ਨਾਗਰਿਕਾਂ ਕੋਲੋਂ ਹੀ ਪ੍ਰਾਪਤ ਕਰਦਾ ਹੈ ਤੇ ਹਰ ਨਾਗਰਿਕ ਦਾ ਇਹ ਕਰਤੱਵ ਬਣ ਜਾਂਦਾ ਕਿ ਉਹ ਜਿਹੜੇ ਉੱਤੇ ਟੈਕਸ ਲਗਾਏ ਗਏ ਆ ਉਹਨਾਂ ਦੀ ਇਮਾਨਦਾਰੀ ਦੇ ਨਾਲ ਅਦਾਇਗੀ ਕਰੇ। ਨੰਬਰ 6 ਮਤ ਅਧਿਕਾਰ ਦੀ ਠੀਕ ਵਰਤੋਂ। ਸਾਨੂੰ ਆਪਣੇ ਜਿਹੜਾ ਵੀ ਕੋਈ ਨਾਗਰਿਕ ਹੈ ਉਹਨੂੰ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ, ਇਸ ਕਰਕੇ ਉਹਦੀ ਸਹੀ ਵਰਤੋਂ ਕਰਨੀ ਹੀ ਨਾਗਰਿਕ ਦਾ ਮੁੱਖ ਕਰਤੱਵ ਹੁੰਦਾ ਹੈ। ਨੰਬਰ 7 ਸੈਨਿਕ ਸੇਵਾ। ਰਾਜ ਨੂੰ ਸੁਰੱਖਿਆ ਲਈ ਸੈਨਾ ਦਾ ਪ੍ਰਬੰਧ ਕਰਨਾ ਪੈਂਦਾ ਹੈ ਜਿਹੜੀ ਕਿ ਦੇਸ਼ ਦੇ ਬਾਹਰਲੇ ਹਮਲਿਆਂ ਅਤੇ ਅੰਦਰੂਨੀ ਗੜਬੜ ਤੋਂ ਰਾਖੀ ਕਰਦੀ ਹੈ ਤੇ ਕਈ ਰਾਜਾਂ ਦੇ ਵਿੱਚ ਇਹ ਫੌਜੀ ਸੇਵਾ ਹੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਸੰਕਟ ਕਾਲ ਸਮੇਂ ਜਾਂ ਯੁੱਧ ਦੇ ਸਮੇਂ ਫੌਜੀ ਸੇਵਾ ਲਈ ਭਰਤੀ ਕੀਤੀ ਜਾਂਦੀ ਹੈ ਤੇ ਇਸ ਲਈ ਹਰ ਨਾਗਰਿਕ ਦਾ ਕਰਤੱਵ ਹੁੰਦਾ ਹੈ ਕਿ ਜਦੋਂ ਵੀ ਰਾਜ ਨੂੰ ਫੌਜੀ ਸੇਵਾ ਦੀ ਜ਼ਰੂਰਤ ਪਵੇ ਤਾਂ ਉਹ ਕਰਨ ਲਈ ਤਿਆਰ ਹੋਵੇ। ਨੰਬਰ 8 ਸਰਕਾਰ ਨੂੰ ਸਹਿਯੋਗ ਦੇਣਾ। ਸਰਕਾਰੀ ਅਧਿਕਾਰੀਆਂ ਨੂੰ ਰਾਜ ਦਾ ਪ੍ਰਬੰਧ ਚਲਾਉਣ ਦੇ ਵਿੱਚ ਨਾਗਰਿਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਜੁਰਮਾਂ ਦੀ ਰੋਕਥਾਮ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਅਪਰਾਧੀਆਂ ਨੂੰ ਪਨਾਹ ਨਾ ਦੇਣਾ ਇਹ ਇੱਕ ਨਾਗਰਿਕ ਦੇ ਕਰਤੱਵ ਹੁੰਦੇ ਆ। ਨੰਬਰ 9 ਜਨਤਕ ਸੰਪਤੀ ਦੀ ਰਾਖੀ ਕਰਨਾ। ਜਨਤਕ ਸੰਪਤੀ ਜਿਸ ਨੂੰ ਆਮ ਤੌਰ ਤੇ ਰਾਜ ਦੀ ਸੰਪਤੀ ਵੀ ਕਿਹਾ ਜਾਂਦਾ ਉਹਦੀ ਰੱਖਿਆ ਕਰਨਾ ਵੀ ਇੱਕ ਨਾਗਰਿਕ ਦਾ ਕਾਨੂੰਨੀ ਕਰਤੱਵ ਹੁੰਦਾ ਹੈ। ਜਿਵੇਂ ਜਿਹੜਾ ਨਾਗਰਿਕ ਬੱਸਾਂ, ਰੇਲਾਂ, ਕਾਰਖਾਨਿਆਂ, ਡਾਕਘਰਾਂ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਉਹਨੂੰ ਸਮਾਜ ਤੇ ਰਾਜ ਦਾ ਦੁਸ਼ਮਣ ਸਮਝਿਆ ਜਾਂਦਾ ਤੇ ਅਜਿਹਾ ਕਰਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਅੱਗੇ ਇਹਦਾ ਸਿੱਟਾ ਕੀ ਬੇਟਾ ਨਿਕਲਿਆ ਵੀ ਕਾਨੂੰਨੀ ਕਰਤੱਵਾਂ ਦੇ ਪਿੱਛੇ ਰਾਜ ਦੀ ਸ਼ਕਤੀ ਹੁੰਦੀ ਹੈ ਤੇ ਇਸੇ ਕਰਕੇ ਹੀ ਰਾਜ ਜੋ ਵੀ ਕਾਨੂੰਨ ਬਣਾਉਂਦਾ ਤੇ ਨਾਗਰਿਕ ਨੂੰ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਜਿਹੜਾ ਵਿਅਕਤੀ ਕਾਨੂੰਨੀ ਕਰਤੱਵਾਂ ਦੀ ਪਾਲਣਾ ਨਹੀਂ ਕਰਦਾ ਤਾਂ ਜੋ ਉਸ ਨੂੰ ਸਜ਼ਾ ਦਾ ਭਾਗੀਦਾਰ ਸਮਝਿਆ ਜਾਂਦਾ ਤੇ ਕਈ ਦੇਸ਼ਾਂ ਵਿੱਚ ਤਾਂ ਨਾਗਰਿਕਾਂ ਦੇ ਕਾਨੂੰਨੀ ਕਰਤੱਵ ਹੈ ਜਿਹੜੇ ਉਹ ਸੰਵਿਧਾਨ ਦੇ ਵਿੱਚ ਵੀ ਅੰਕਿਤ ਕੀਤੇ ਜਾਂਦੇ ਹੈ ਜਿਵੇਂ ਕਿ ਭਾਰਤ, ਚੀਨ, ਜਾਪਾਨ ਇਹਨਾਂ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਵੀ ਇਸ ਤਰ੍ਹਾਂ ਕੀਤਾ ਗਿਆ। ਉਸ ਤੋਂ ਅੱਗੇ ਹੈਗਾ ਆਪਣਾ ਬੇਟੇ ਰਿਲੇਸ਼ਨਸ਼ਿਪ ਬਿਟਵੀਨ ਰਾਈਟਸ ਐਂਡ ਡਿਊਟੀਜ਼। ਅਧਿਕਾਰਾਂ ਅਤੇ ਕਰਤੱਵਾਂ ਦਾ ਆਪਸੀ ਸੰਬੰਧ। ਇਹ ਕੁਐਸਚਨ ਹੈ ਜਿਹੜਾ ਬੇਟੇ ਪੇਪਰ ਦੇ ਵਿੱਚ ਆ ਸਕਦਾ। ਅਧਿਕਾਰਾਂ ਤੇ ਕਰਤੱਵ ਹੈ ਜਿਹੜੇ ਇਹਨਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੈ ਕਿਉਂਕਿ ਆਪਾਂ ਇਹੀ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਵੀ ਇਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਹੈ। ਜਿਹੜਾ ਮਨੁੱਖ ਅਤੇ ਉਸਦੇ ਪਰਛਾਵੇਂ ਦਾ ਰੇਲ ਦੀ ਪਟੜੀ ਤੇ ਲਾਈਨਾਂ ਦਾ
ਤੇ ਸਿੱਕੇ ਦੇ ਦੋ ਪਾਸਿਆਂ ਦਾ ਤੇ ਵਿਅਕਤੀ ਤੇ ਉਹਦੀ ਆਤਮਾ ਦਾ ਜੋ ਸੰਬੰਧ ਆ ਉਹੀ ਅਧਿਕਾਰਾਂ ਤੇ ਕਰਤੱਵਾਂ ਦਾ ਆਪਸ ਦੇ ਵਿੱਚ ਸੰਬੰਧ ਹੈ। ਇਹ ਇੱਕ ਵਸਤੂ ਦੇ ਦੋ ਪੱਖ ਹੈ ਤੇ ਦੋਹਾਂ ਦਾ ਜਨਮ ਹੈ ਜਿਹੜਾ ਉਹ ਇਕੱਠਾ ਹੁੰਦਾ ਵੀ ਜੇ ਸਾਨੂੰ ਅਧਿਕਾਰ ਮਿਲਦੇ ਆ ਤਾਂ ਉਹਦੇ ਨਾਲ ਕੁਝ ਕਰਤੱਵ ਵੀ ਮਿਲਦੇ ਆ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨੀ ਪੈਂਦੀ ਆ। ਇਹਦੇ ਵਿੱਚ ਇੱਕ ਡੈਫੀਨੇਸ਼ਨ ਹੈ ਬੇਟੇ ਵਾਈਲਡ ਦੇ ਅਨੁਸਾਰ ਜਿਹੜੀ ਦਿੱਤੀ ਹੋਈ ਹੈ, ਕਰਤੱਵਾਂ ਦੀ ਦੁਨੀਆ ਵਿੱਚ ਹੀ ਅਧਿਕਾਰਾਂ ਦਾ ਮਹੱਤਵ ਹੈ। ਤੇ ਡਿਊਗੀ ਨੇ ਕੀ ਕਿਹਾ, ਕਲਿਆਣਕਾਰੀ ਰਾਜ ਵਿੱਚ ਕੇਵਲ ਕਰਤੱਵ ਹੀ ਹੁੰਦੇ ਹਨ, ਅਧਿਕਾਰ ਨਹੀਂ। ਇਹ ਦੋਨੋਂ ਡੈਫੀਨੇਸ਼ਨਸ ਵਾਈਲਡ ਤੇ ਡਿਊਗੀ ਦੀ ਬੇਟੇ ਇਹ ਤੁਸੀਂ ਯਾਦ ਕਰਨੀ ਹੈ ਜਦੋਂ ਵੀ ਇਹ ਆਪਣਾ ਕੁਐਸਚਨ ਦਾ ਆਨਸਰ ਲਿਖਣਾ ਹੈ। ਸਭ ਤੋਂ ਪਹਿਲਾਂ ਪੈ ਗਿਆ ਵੀ ਅਧਿਕਾਰਾਂ ਤੇ ਕਰਤੱਵਾਂ ਦੇ ਜੇ ਆਪਾਂ ਆਪਸ ਦੇ ਵਿੱਚ ਸੰਬੰਧਾਂ ਨੂੰ ਸਮਝਣਾ ਤੇ ਇਹਨਾਂ ਦੇ ਅਰਥਾਂ ਬਾਰੇ ਵੀ ਆਪਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਅਧਿਕਾਰਾਂ ਦਾ ਅਰਥ ਕੀ ਹੁੰਦਾ ਹੈ? ਅਧਿਕਾਰ ਹੈ ਜਿਹੜੇ ਸਮਾਜਿਕ ਜੀਵਨ ਦੀਆਂ ਉਹਨਾਂ ਵਿਵਸਥਾਵਾਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਸਮਾਜ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ, ਜਿਨ੍ਹਾਂ ਨੂੰ ਸਮਾਜ ਜਿਹੜਾ ਪ੍ਰਵਾਨ ਕਰਦਾ ਹੈ, ਰਾਜ ਉਹਨਾਂ ਦੀ ਰਾਖੀ ਕਰਦਾ ਹੈ ਤੇ ਵਿਅਕਤੀ ਦੇ ਵਿਕਾਸ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਧਿਕਾਰ ਵਿਅਕਤੀ ਦੇ ਦਾਅਵੇ ਹੁੰਦੇ ਆ ਤੇ ਜਿਹੜੇ ਕਿ ਉਹ ਰਾਜ ਦੇ ਕੋਲੋਂ ਮੰਗ ਕਰਦਾ ਤੇ ਅਦਾਲਤਾਂ ਦੁਆਰਾ ਜਿਨ੍ਹਾਂ ਦੀ ਰਾਖੀ ਕਰਵਾ ਸਕਦਾ ਹੈ। ਅਧਿਕਾਰ ਰਾਜ ਵਿੱਚ ਕੋਈ ਵੀ ਨਾਗਰਿਕ ਜਿਹੜਾ ਰਹਿ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਸਮਾਨ ਦਿੱਤੇ ਜਾਂਦੇ ਆ ਤੇ ਇਹਨਾਂ ਦਾ ਪ੍ਰਯੋਗ ਵਿਅਕਤੀ ਸਮਾਜ ਦੇ ਹਿੱਤਾਂ ਦੇ ਵਿਰੁੱਧ ਨਹੀਂ ਕਰ ਸਕਦਾ। ਉਸ ਤੋਂ ਅੱਗੇ ਸੈਕਿੰਡ ਆਪਣਾ ਹੈਗਾ ਕਰਤੱਵਾਂ ਦਾ ਅਰਥ। ਕਰਤੱਵ ਕੀ ਹੁੰਦੇ ਆ? ਜਦੋਂ ਕਿਸੇ ਚੀਜ਼ ਦਾ ਕਰਨਾ ਜਾਂ ਨਾ ਕਰਨਾ ਸਾਡੀ ਆਪਣੀ ਇੱਛਾ ਦੇ ਉੱਪਰ ਨਿਰਭਰ ਹੁੰਦਾ ਹੈ ਤੇ ਉਹ ਜੇਕਰ ਨਿਰਭਰ ਨਹੀਂ ਕਰਦਾ ਸਗੋਂ ਕਰਨਾ ਹੀ ਪੈਂਦਾ ਹੈ, ਉਹਨਾਂ ਨੂੰ ਅਸੀਂ ਕਰਤੱਵ ਕਹਿੰਦੇ ਆ। ਵੀ ਜੇ ਸਾਡਾ ਮਨ ਨਾ ਵੀ ਕਰੇ ਕੋਈ ਕੰਮ ਕਰਨ ਨੂੰ ਫਿਰ ਵੀ ਸਾਨੂੰ ਉਹ ਕੰਮ ਹੈ ਜਿਹੜਾ ਕਰਨਾ ਪੈਂਦਾ ਹੈ, ਉਹ ਹੋ ਗਏ ਆਪਣੇ ਕਰਤੱਵ। ਉਸ ਤੋਂ ਅੱਗੇ ਅਧਿਕਾਰਾਂ ਅਤੇ ਕਰਤੱਵਾਂ ਦਾ ਆਪਸੀ ਸੰਬੰਧ। ਅਧਿਕਾਰ ਤੇ ਕਰਤੱਵ ਇਹਨਾਂ ਦੇ ਵਿਚਕਾਰ ਆਪਸੀ ਸੰਬੰਧ ਬਾਰੇ ਵਿਚਾਰ ਕਰਦੇ ਹਾਂ। ਪ੍ਰੋਫੈਸਰ ਲਾਸਕੇ ਜਿਹੜੇ ਉਹਨਾਂ ਨੇ ਕੀ ਕਿਹਾ, ਮੇਰਾ ਅਧਿਕਾਰ ਤੁਹਾਡਾ ਕਰਤੱਵ ਹੈ। ਮੇਰੇ ਅਧਿਕਾਰ ਵਿੱਚ ਮੇਰਾ ਇਹ ਕਰਤੱਵ ਛੁਪਿਆ ਹੋਇਆ ਹੈ ਕਿ ਮੈਂ ਤੁਹਾਡੇ ਸਮਾਨ ਅਧਿਕਾਰਾਂ ਨੂੰ ਸਵੀਕਾਰ ਕਰਾਂ। ਨੰਬਰ 3 ਮੈਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਸਮਾਜਿਕ ਭਲਾਈ ਦੇ ਵਿਕਾਸ ਲਈ ਕਰਾਂ। ਨੰਬਰ 4 ਕਿਉਂਕਿ ਰਾਜ ਮੈਨੂੰ, ਇਹ ਪ੍ਰੋਫੈਸਰ ਲਾਸਕੀ ਦੇ ਬੇਟੇ ਸਾਰੇ ਸ਼ਬਦ ਨੇ, ਕਿਉਂਕਿ ਰਾਜ ਮੈਨੂੰ ਅਧਿਕਾਰ ਪ੍ਰਦਾਨ ਕਰਦਾ ਹੈ ਤੇ ਇਹਨਾਂ ਦੀ ਰਾਖੀ ਕਰਦਾ ਹੈ, ਰਾਜ ਦੀ ਸਹਾਇਤਾ ਕਰਨਾ ਮੇਰਾ ਕਰਤੱਵ ਹੈ। ਅੱਗੇ ਪ੍ਰੋਫੈਸਰ ਲਾਸਕੀ ਦੇ ਜਿਹੜੇ ਇਹ ਵਿਚਾਰ ਨੇ ਆਪਾਂ 4 ਪੜ੍ਹੇ ਹੈ, ਇਹਨਾਂ ਨੂੰ ਗਾਂ ਵਿਸਥਾਰ ਦੇ ਨਾਲ ਆਪਾਂ ਜਿਹੜੇ ਪੜਾਂਗੇ। ਇਹ ਦੇਖੋ, ਪਹਿਲਾਂ ਕਿਸੇ ਅਧਿਕਾਰ ਅਤੇ ਕਰਤੱਵ ਨਾਲ ਚੱਲਦੇ ਆ। ਅਧਿਕਾਰ ਤੇ ਕਰਤੱਵ ਹੈ ਜਿਹੜੇ ਇਹਨਾਂ ਦਾ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ, ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਤੇ ਦੋਵੇਂ ਨਾਲ ਹੀ ਚੱਲਦੇ ਆ ਤੇ ਦੋਨੋਂ ਹੀ ਇੱਕ ਚੀਜ਼ ਦੇ ਦੋ ਰੂਪ ਹੈ, ਭਾਵੇਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੈ। ਤੇ ਇਹ ਜਾਂ ਆਪਾਂ ਇਹ ਵੀ ਕਹਿ ਸਕਦੇ ਵੀ ਅਧਿਕਾਰ ਤੇ ਕਰਤੱਵ ਜਿਹੜੇ ਇੱਕੋ ਸਿੱਕੇ ਦੇ ਦੋ ਪਹਿਲੂ ਇਹ ਹੋਏਗੀ। ਆਪਣਾ ਅਧਿਕਾਰਾਂ ਦੇ ਪਿੱਛੇ ਕਰਤੱਵ ਜਿਹੜੇ ਛੁਪੇ ਹੁੰਦੇ ਆ ਤੇ ਕਰਤੱਵਾਂ ਦੀ ਪਾਲਣਾ ਕੀਤੇ ਬਿਨਾਂ ਅਧਿਕਾਰਾਂ ਦਾ ਕੋਈ ਅਰਥ ਨਹੀਂ ਹੈ। ਕਰਤੱਵ ਉਹ ਕਾਰਜ ਹੈ ਜੋ ਇੱਕ ਵਿਅਕਤੀ ਨੇ ਦੂਸਰੇ ਦੇ ਲਈ ਕਰਨਾ ਹੁੰਦਾ ਤੇ ਅਧਿਕਾਰ ਉਹ ਹੈ ਜੋ ਦੂਸਰੇ ਨੇ ਪਹਿਲੇ ਦੇ ਲਈ ਕਰਨਾ ਹੁੰਦਾ। ਜੇਕਰ ਇੱਕ ਨਾਗਰਿਕ ਹੈ ਜਿਹੜਾ ਆਪਣੇ ਦ੍ਰਿਸ਼ਟੀਕੋਣ ਤੋਂ ਦੇਖੇ ਤਾਂ ਉਹ ਉਸ ਦੇ ਲਈ ਅਧਿਕਾਰ ਹੈ। ਮੈਨੂੰ ਜੀਵਨ ਬਤੀਤ ਕਰਨ ਦਾ ਅਧਿਕਾਰ ਪ੍ਰਾਪਤ ਹੈ ਤੇ ਇਹ ਅਧਿਕਾਰ ਬਾਕੀ ਸਭ ਨੂੰ ਵੀ ਪ੍ਰਾਪਤ ਹੈ। ਵੀ ਰਾਜ ਦੇ ਵਿੱਚ ਜਿੰਨੇ ਵੀ ਨਾਗਰਿਕ ਰਹਿ ਰਹੇ ਆ ਉਹਨਾਂ ਸਾਰਿਆਂ ਨੂੰ ਇੱਕੋ ਜਿਹੇ ਹੀ ਅਧਿਕਾਰ ਹੈ ਜਿਹੜੇ ਉਹ ਦਿੱਤੇ ਜਾਂਦੇ ਆ। ਇਸ ਲਈ ਜੇਕਰ ਮੈਨੂੰ ਅਧਿਕਾਰ ਦੀ ਠੀਕ ਵਰਤੋਂ ਕਰਨ ਦੀ ਲੋੜ ਹੈ ਤਾਂ ਦੂਸਰਿਆਂ ਨੂੰ ਵੀ ਇਸ ਅਧਿਕਾਰ ਦਾ ਪੂਰਨ ਸਤਿਕਾਰ ਹੈ ਕਰਨਾ ਚਾਹੀਦਾ ਹੈ। ਦੂਸਰੇ ਦੇ ਅਧਿਕਾਰ ਦੇ ਲਈ ਸਤਿਕਾਰ ਹੈ ਜਿਹੜਾ ਉਹ ਕਰਤੱਵ ਬਣ ਜਾਂਦਾ ਹੈ। ਸੈਕਿੰਡ, ਮੇਰਾ ਅਧਿਕਾਰ ਦੂਸਰਿਆਂ ਦਾ ਕਰਤੱਵ ਹੈ। ਅਧਿਕਾਰਾਂ ਦੀ ਵਰਤੋਂ ਕਰਤੱਵਾਂ ਦੇ ਸੰਸਾਰ ਵਿੱਚ ਹੀ ਹੋ ਸਕਦੀ ਹੈ। ਹਰੇਕ ਅਧਿਕਾਰ ਦੇ ਲਈ ਦੂਸਰੇ ਦਾ ਕੋਈ ਨਾ ਕੋਈ ਕਰਤੱਵ ਹੁੰਦਾ ਹੈ। ਵੀ ਜੇਕਰ ਆਪਾਂ ਕਿਸੇ ਨੂੰ ਕੋਈ ਅਧਿਕਾਰ ਦਿੰਦੇ ਹਾਂ ਬਦਲੇ ਦੇ ਵਿੱਚ ਉਹਨੂੰ ਆਪਣਾ ਕੋਈ ਨਾ ਕੋਈ ਕੰਮ ਹੈ ਜਿਹੜਾ ਉਹ ਜ਼ਰੂਰ ਕਰਨਾ ਪੈਂਦਾ ਹੈ। ਜਿਵੇਂ ਮੈਨੂੰ ਜਿਉਣ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਦੂਸਰੇ ਦਾ ਇਹ ਕਰਤੱਵ ਬਣ ਜਾਂਦਾ ਵੀ ਉਹ ਮੇਰੇ ਜੀਵਨ ਦੀ ਸੁਰੱਖਿਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਾ ਕਰੇ ਤੇ ਮੇਰੇ ਲਈ ਸੁਤੰਤਰਤਾਪੂਰਨ ਜੀਵਨ ਜਿਉਣ ਦੇ ਮੌਕੇ ਪ੍ਰਦਾਨ ਕਰੇ। ਇਸ ਤਰ੍ਹਾਂ ਸਮਾਜ ਦੇ ਦੂਸਰੇ ਮੈਂਬਰ ਮੇਰੇ ਜਿਉਣ ਦੇ ਅਧਿਕਾਰ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ, ਇਹ ਉਹਨਾਂ ਦਾ ਕਰਤੱਵ ਹੈ ਤੇ ਜੋ ਮੇਰਾ ਅਧਿਕਾਰ ਹੈ ਉਹ ਦੂਸਰਿਆਂ ਦਾ ਕਰਤੱਵ ਹੈ। ਜੇਕਰ ਦੂਸਰੇ ਵਿਅਕਤੀ ਜਿਹੜੇ ਆਪਣੇ ਕਰਤੱਵਾਂ ਦਾ ਪਾਲਣ ਨਾ ਕਰਨ ਤਾਂ ਕੋਈ ਵੀ ਮਨੁੱਖ ਆਪਣੇ ਅਧਿਕਾਰਾਂ ਦੀ ਵਰਤੋਂ ਜਿਹੜੀ ਸ਼ਾਂਤੀਪੂਰਨ ਨਹੀਂ ਕਰ ਸਕਦਾ। ਨੰਬਰ 3 ਮੇਰਾ ਅਧਿਕਾਰ ਮੇਰਾ ਕਰਤੱਵ ਵੀ ਹੈ। ਮੇਰਾ ਅਧਿਕਾਰ ਮੇਰਾ ਕਰਤੱਵ ਵੀ ਹੈ। ਅਧਿਕਾਰ ਹੈ ਜਿਹੜੇ ਉਹ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਦਿੱਤੇ ਜਾਂਦੇ ਆ ਤੇ ਇਹ ਕਿਸੇ ਦੀ ਵੀ ਕੋਈ ਆਪਣੀ ਨਿੱਜੀ ਸੰਪਤੀ ਨਹੀਂ ਹੁੰਦੀਗੀ।
ਤੇ ਜਦੋਂ ਅਸੀਂ ਦੂਸਰਿਆਂ ਦੇ ਕੋਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਲਈ ਕਰਤੱਵ ਪਾਲਣਾ ਦੀ ਮੰਗ ਕਰਦੇ ਹਾਂ ਤੇ ਦੂਸਰੇ ਵੀ ਇਸੇ ਤਰ੍ਹਾਂ ਹੀ ਸਾਡੇ ਤੋਂ ਉਮੀਦ ਰੱਖਦੇ ਆ ਕਿ ਅਸੀਂ ਵੀ ਉਹਨਾਂ ਦੇ ਅਧਿਕਾਰਾਂ ਦਾ ਪੂਰਾ ਸਤਿਕਾਰ ਕਰੀਏ ਤੇ ਆਪਣਾ ਕਰਤੱਵ ਹੈ ਜਿਹੜਾ ਉਸਨੂੰ ਪੂਰਾ ਕਰੀਏ। ਵੀ ਜੇਕਰ ਅਸੀਂ ਜਿਉਣਾ ਚਾਹੁੰਦੇ ਹਾਂ ਤਾਂ ਇਹ ਸਾਡਾ ਕਰਤੱਵ ਬਣ ਜਾਂਦਾ ਵੀ ਅਸੀਂ ਦੂਜਿਆਂ ਨੂੰ ਵੀ ਉਸੇ ਤਰ੍ਹਾਂ ਹੀ ਜਿਉਂਦੇ ਰਹਿਣ ਦੇਈਏ। ਜੀਓ ਅਤੇ ਜਿਉਣ ਦਿਓ, ਇਹ ਜਿਹੜੀ ਕਹਾਵਤ ਹੈ ਇਹ ਉੱਚੀ ਫਿਲਾਸਫੀ ਦੇ ਨਾਲ ਭਰੀ ਹੋਈ ਹੈ ਤੇ ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਸਮੇਂ ਇਸ ਕਥਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਦੂਸਰਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੋ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਨਾਲ ਕਰਵਾਉਣਾ ਪਸੰਦ ਕਰਦੇ ਹੋ। ਨੰਬਰ 4, ਅਧਿਕਾਰਾਂ ਦਾ ਪ੍ਰਯੋਗ ਸਮਾਜਿਕ ਭਲਾਈ ਲਈ ਕੀਤਾ ਜਾਂਦਾ ਹੈ। ਅਧਿਕਾਰਾਂ ਦੀ ਸਿਰਫ ਵਿਅਕਤੀਗਤ ਮਹੱਤਤਾ ਹੀ ਨਹੀਂ ਹੈ ਬਲਕਿ ਇਹਨਾਂ ਦੀ ਸਮਾਜਿਕ ਮਹੱਤਤਾ ਵੀ ਹੈ। ਇੱਕ ਵਿਅਕਤੀ ਦਾ ਹਿੱਤ ਸਮਾਜ ਦੇ ਹਿੱਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਵਿਕਾਸ ਹੈ ਜਿਹੜਾ ਉਹ ਦੂਸਰੇ ਪਾਸੇ ਸਮਾਜਿਕ ਭਲਾਈ ਦਾ ਸਾਧਨ ਬਣ ਜਾਂਦਾ ਹੈ। ਆਪਣੇ ਕਰਤੱਵਾਂ ਨੂੰ ਮੰਨਦੇ ਹੋਏ ਇਹ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਵਰਤੋਂ ਸਮਾਜਿਕ ਭਲਾਈ ਦੇ ਲਈ ਕਰੀਏ। ਜੇਕਰ ਕੋਈ ਵੀ ਮਨੁੱਖ ਆਪਣੇ ਅਧਿਕਾਰਾਂ ਦੀ ਵਰਤੋਂ ਇਸ ਢੰਗ ਨਾਲ ਕਰਦਾ ਹੈ ਤਾਂ ਉਸ ਨਾਲ ਸਮਾਜਿਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੇ ਅਧਿਕਾਰ ਹੈ ਜਿਹੜੇ ਉਹ ਸਾਰੇ ਖੋਏ ਜਾ ਸਕਦੇ ਆ। ਮੈਨੂੰ ਅਧਿਕਾਰ ਇਸ ਲਈ ਪ੍ਰਾਪਤ ਹੈ ਕਿ ਮੈਂ ਸਮਾਜਿਕ ਉਦੇਸ਼ ਦੀ ਪੂਰਤੀ ਦੇ ਵਿੱਚ ਭਾਗ ਲੈ ਸਕਾਂ ਤੇ ਅਧਿਕਾਰ ਸਮਾਜਿਕ ਦੇਣ ਹੈ, ਇਸ ਲਈ ਸਮੂਹਿਕ ਭਲਾਈ ਦਾ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਡਾ ਇੱਕ ਮੁੱਖ ਕਰਤੱਵ ਬਣ ਜਾਂਦਾ ਹੈ। ਨੰਬਰ 5, ਰਾਜ ਦੇ ਪ੍ਰਤੀ ਕਰਤੱਵ। ਰਾਜ ਜਿਹੜੇ ਸਾਡੇ ਅਧਿਕਾਰਾਂ ਦੀ ਰੱਖਿਆ ਕਰਦਾ ਤੇ ਇਹਦੇ ਪਿੱਛੇ ਰਾਜ ਦੀ ਕੋਈ ਗਰੰਟੀ ਨਾ ਹੋਵੇ ਤੇ ਫਿਰ ਅਧਿਕਾਰਾਂ ਨੂੰ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਰਾਜ ਸਾਡੇ ਅਧਿਕਾਰਾਂ ਦੀ ਜ਼ਿੰਮੇਵਾਰੀ ਲੈ ਲੈਂਦਾ ਤਾਂ ਹਰ ਇੱਕ ਨਾਗਰਿਕ ਦਾ ਇਹ ਕਰਤੱਵ ਬਣ ਜਾਂਦਾ ਹੈ ਵੀ ਉਹ ਰਾਜ ਦੇ ਪ੍ਰਤੀ ਵਫਾਦਾਰ ਰਹੇ ਤੇ ਉਹਨਾਂ ਦੀ ਪਾਲਣਾ ਕਰੇ। ਵੀ ਜਿਸ ਤਰ੍ਹਾਂ ਕੋਈ ਕਿਸੇ ਦੇ ਪ੍ਰਤੀ ਆਪਾਂ ਕਹਿੰਦੇ ਟੈਕਸ ਲਗਾਏ ਜਾਂਦੇ ਆ ਤੇ ਉਹ ਟੈਕਸ ਦੀ ਅਦਾਇਗੀ ਜਿਹੜੀ ਉਹਨਾਂ ਨੂੰ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਨੰਬਰ 6, ਕਰਤੱਵਾਂ ਤੋਂ ਬਿਨਾਂ ਕੇਵਲ ਸ਼ਕਤੀ ਮਾਤਰ ਹਨ। ਅਧਿਕਾਰ ਹੈ ਜਿਹੜੇ ਕੇਵਲ ਸ਼ਕਤੀ ਮਾਤਰ ਹਨ। ਵੀ ਜੇਕਰ ਕਰਤੱਵਾਂ ਦੀਆਂ ਹੋਣ ਦੇ ਵਿੱਚ ਅਧਿਕਾਰ ਹੈ ਜਿਹੜੇ ਆਪਾਂ ਕਹਿ ਦਈਏ ਵੀ ਉਹ ਕੇਵਲ ਸ਼ਕਤੀ ਮਾਤਰ ਹੀ ਹੁੰਦੇ ਆ। ਵਿਅਕਤੀ ਨੂੰ ਕਰਤੱਵਾਂ ਦੁਆਰਾ ਨਿਸ਼ਚਿਤ ਸੀਮਾ ਵਿੱਚ ਅਧਿਕਾਰ ਜਿਹੜੇ ਸਾਰੇ ਮੰਨਣੇ ਪੈਂਦੇ ਆ। ਇਸ ਤਰ੍ਹਾਂ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਨਹੀਂ ਕਰ ਪਾਉਂਦਾ ਤੇ ਪੁਰਾਣੇ ਸਮਿਆਂ ਦੇ ਵਿੱਚ ਜਗੀਰਦਾਰ ਸੀ ਜਿਹੜੇ ਉਹ ਕਿਸ ਤਰ੍ਹਾਂ ਕਰ ਵਗੈਰਾ ਵਸੂਲ ਕਰਦੇ ਸੀਗੇ ਤੇ ਬਦਲੇ ਦੇ ਵਿੱਚ ਉਹਨਾਂ ਦੀ ਭਲਾਈ ਦੇ ਲਈ ਕੋਈ ਕਾਰਜ ਨਹੀਂ ਕਰਦੇ ਸੀ। ਜਦ ਕਿ ਅੱਜ ਦੀ ਜਿਹੜੀ ਸਰਕਾਰ ਹੈ ਉਹ ਜਿਸ ਤਰ੍ਹਾਂ ਨਾਲ ਧਨ ਇਕੱਠਾ ਕਰਦੀ ਹੈ ਤਾਂ ਬਦਲੇ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਵੀ ਨਾਗਰਿਕਾਂ ਨੂੰ ਪ੍ਰਦਾਨ ਕਰਦੀ ਹੈ। ਤੇ ਇਹਦੇ ਸਿੱਟਾ ਬੇਟੇ ਆਪਣੇ ਕੋਲ ਕੀ ਨਿਕਲਿਆ ਵੀ ਜਿਵੇਂ ਅਸੀਂ ਪਿੱਛੇ ਪੜ੍ਹਿਆ ਵੀ ਸੱਚਮੁੱਚ ਜਿਹੜੇ ਅਧਿਕਾਰ ਤੇ ਕਰਤੱਵ ਆ ਉਹਨਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੈ ਤੇ ਮਨੁੱਖ ਨੂੰ ਮਹਾਤਮਾ ਗਾਂਧੀ ਦਾ ਵਿਚਾਰ ਕੀ ਸੀ ਕਿ ਮਨੁੱਖ ਨੂੰ ਅਧਿਕਾਰ ਦੇਣ ਦੀ ਜ਼ਰੂਰਤ ਨਹੀਂ ਹੈ ਤੇ ਉਸ ਨੂੰ ਕਰਤੱਵ ਦਿਓ, ਅਧਿਕਾਰ ਆਪਣੇ ਆਪ ਹੀ ਉਸ ਨੂੰ ਮਿਲ ਜਾਣਗੇ। ਹਰੇਕ ਨਾਗਰਿਕ ਦਾ ਇੱਕ ਹੀ ਅਧਿਕਾਰ ਹੈ ਜੋ ਸਭ ਅਧਿਕਾਰਾਂ ਦੇ ਵਿੱਚੋਂ ਉੱਚ ਹੈ ਤੇ ਉਹ ਹੈ ਕਰਤੱਵ ਨੂੰ ਪੂਰਾ ਕਰਨ ਦਾ ਅਧਿਕਾਰ। ਲੋਕਤੰਤਰ ਦੀ ਸਫਲਤਾ ਉਸ ਸਮੇਂ ਹੀ ਸੰਭਵ ਹੋ ਸਕਦੀ ਹੈ ਵੀ ਜਦ ਤੱਕ ਨਾਗਰਿਕ ਆਪਣੇ ਕਰਤੱਵਾਂ ਦੀ ਠੀਕ ਜ਼ਿੰਮੇਵਾਰੀ ਨਾਲ ਪਾਲਣਾ ਨਹੀਂ ਕਰਦੇ। ਅੱਜ ਕੱਲ੍ਹ ਵਿਅਕਤੀ ਹੈ ਜਿਹੜਾ ਉਹ ਅਧਿਕਾਰਾਂ ਦੀ ਵਧੇਰੇ ਕਾਮਨਾ ਕਰਨ ਲੱਗ ਪਏ ਹੈ ਪਰ ਉਹ ਇਹ ਵੀ ਭੁੱਲ ਜਾਂਦੇ ਆ ਕਿ ਅਧਿਕਾਰਾਂ ਦੇ ਨਾਲ ਨਾਲ ਕਰਤੱਵ ਹੈ ਜਿਹੜੇ ਉਹਨਾਂ ਦੀ ਵੀ ਸਾਨੂੰ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਹ ਅਸੀਂ ਬੇਟੇ ਆਪਣਾ ਚੈਪਟਰ ਨਾਗਰਿਕ ਦੇ ਅਧਿਕਾਰ ਅਤੇ ਕਰਤੱਵ ਇਹਨਾਂ ਨੂੰ ਤੁਸੀਂ ਆਪਣੀ ਬੁੱਕ ਦੇ ਉੱਪਰੋਂ ਇੱਕ ਵਾਰ ਆਪ ਜ਼ਰੂਰ ਰੀਡ ਕਰਨਾ ਹੈ। ਕੋਈ ਔਖਾ ਚੈਪਟਰ ਨਹੀਂ ਹੈ, ਜੋ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਡੇ ਆਪਣੇ ਆਪ ਹੀ ਆਸਾਨੀ ਦੇ ਨਾਲ ਇਹ ਯਾਦ ਹੋ ਜਾਊ। ਓਕੇ ਬੇਟਾ।